ਨਾ ਮਨ ਮਰੈ ਨਾ ਮਰਨਾ ਜੋਗ, ਉਹਨੇ ਮਰਨਾ ਤਾਂ ਹੈ ਨਹੀਂਗਾ। ਹਰ ਹਰ ਅਖਰ, ਦੋਨੇ ਅਖਰ ਨੇ। ਸਾਡੀ ਜੀਵਾਤਮਾ ਵੀ ਅਖਰ ਹੈ, ਜਿਹੜੀਆਂ ਸੱਚਖੰਡ ਵਿੱਚ ਜੋਤਾਂ ਨੇ ਉਹ ਵੀ ਅਖਰ ਨੇ। ਇਹ ਦੋਏ ਮਾਲਾ, ਇਹ ਮਾਲਾ ਦੇ ਮਣਕੇ ਨੇ। ਜਾਗਤੇ ਕੋ ਜਾਗਤਾ ਮਿਲੇ, ਜਪਤ ਜਪਤ ਪੈ ਦੀਨ। ਕਹਿੰਦੇ ਜਿਹੜਾ ਜੀਵਾਤਮਾ ਇੱਥੇ ਆਤਮਾ ਪ੍ਰਾਤਮਾ ਨੇ, ਇਹਨੇ ਆਪਸ ਦੇ ਵਿੱਚ ਆਪਣੇ ਮੂਲ ਨੂੰ ਹੀ ਜਪਤ ਜਪਤ ਉਸ ਤੱਤ ਨੂੰ ਸਮਝਣਾ, ਉਸ ਤੱਤ ਦੀ ਸੋਝੀ ਪ੍ਰਾਪਤ ਕਰਨੀ ਹੈ। ਜਿਹੜਾ ਹੁਕਮ ਹੈ, ਜਿਹੜਾ ਦੀਨ ਦਿਆਲ ਹੈ, ਜਿਹੜਾ ਸਦਾ ਹੀ ਦਇਆ ਕਰਦਾ ਹੈ, ਜਿਹੜਾ ਸਦਾ ਹੀ ਭਲਾ ਚਾਹੁੰਦਾ ਹੈ, ਉਹ ਸਾਡਾ ਮੂਲ ਹੈ। ਸਤਿਗੁਰ ਸਭਨਾਂ ਦਾ ਭਲਾ ਮਨ। ਸਾਰਿਆਂ ਦੇ ਅੰਦਰ ਸਤਿਗੁਰ ਹੈ, ਕੋਈ ਜੀਵ ਆਤਮਾ ਇਹ ਨਹੀਂ ਜਿਹਨਾਂ ਦੇ ਅੰਦਰ ਸਤਿਗੁਰ ਨਹੀਂ। ਸਤਿਗੁਰ ਤੇ ਖਾਲੀ ਕੋ ਨਹੀਂ, ਪ੍ਰਭ ਮੇਲ ਮਿਲਾਏ। ਕੋਈ ਵੀ ਜੀਵ ਆਤਮਾ ਨਹੀਂ ਹੈ, ਹਰ ਇੱਕ ਦੇ ਅੰਦਰ ਸਤਿਗੁਰ ਹੈ, ਸੱਚ ਦੀ ਸੋਝੀ ਹੈ। ਉਹਨੂੰ ਸਮਝਣਾ, ਉਹੀ ਤੱਤ ਸਰੂਪ ਹੈ। ਨਾਮ ਤੱਤ ਸਭ ਸਿਰ ਜਪ ਹੈ, ਨਾਮ ਹੀ ਤੱਤ ਹੈ। ਇੱਥੇ ਜਪਤ ਲਿਖਿਆ, ਤੱਤਾ ਛੋਟੀ ਫਾਰਮ 'ਚ ਕਰਕੇ ਲਿਖਿਆ ਕਿ ਜਪਤ, ਕਿ ਉਸ ਤੱਤ ਨੂੰ ਸਮਝ। ਜਪਤ ਜਪਤ, ਵਾਰ ਵਾਰ ਉਸ ਤੱਤ ਦੀ ਸੋਝੀ ਪ੍ਰਾਪਤ ਕਰ, ਉਸ ਨਾਮ ਦੀ ਸੋਝੀ ਪ੍ਰਾਪਤ ਕਰ। ਕਿਹੜਾ ਨਾਮ? ਜਿਹੜਾ ਦੀਨ ਦਿਆਲਾ, ਜਿਹੜਾ ਸਦਾ ਹੀ ਦਇਆ ਕਰਦਾ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹ ਹਰੇ ਹਰ ਜਪਨੀ ਆਏ। ਕਰੋ ਬੇਨਤੀ ਸਤਿਗੁਰ ਆਪਣੀ, ਕਹਿੰਦੇ ਆਪਣੀ ਬੇਨਤੀ ਕਰ। ਪਹਿਲਾਂ ਸਤਿਗੁਰ ਦੇ ਅੱਗੇ ਬੇਨਤੀ ਕਰ, ਸਗੋਂ ਸਤਿਗੁਰ ਤੇ ਨਾਮ ਪਾਇਆ ਜਾਏ। ਪਹਿਲਾਂ ਤਾਂ ਗੁਰਬਾਣੀ ਦੀ ਜਿਹੜੀ ਸੋਝੀ ਆਉਣੀ ਹੈ, ਇਹੀ ਨਾਮ ਹੈ। ਪਰ ਜਦੋਂ ਸਤਿਗੁਰ ਨੇ ਇੱਕ ਸੋਝੀ ਪ੍ਰਾਪਤ ਕਰ ਲਈ ਸਤਿਗੁਰ ਤੋਂ, ਫਿਰ ਸਤਿਗੁਰ ਨੇ ਵੀ ਗਾਹ ਨਾਮ ਲੈਣਾ। ਉਹ ਸਤਿਗੁਰ ਕੈ ਜਨਮੇ ਗਗਨ ਵਟਾਇਆ। ਫਿਰ ਮਨ ਮਾਇਆ 'ਚ ਨਹੀਂ ਰਹਿ ਜਾਂਦਾ, ਮਾਇਆ ਤੋਂ ਬਾਹਰ ਖੜਦਾ। ਫਿਰ ਇਹ ਆਰਾਧਨਾ ਹੁੰਦੀ ਹੈ, ਫਿਰ ਉਹ ਸਤਿਗੁਰ ਹੈ। ਉਹ ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਰਜ ਸਵਾਰੇ। ਫਿਰ ਸਤਿਗੁਰ ਨੇ ਕਾਰਜ ਸਵਾਰਨੇ ਨੇ, ਫਿਰ ਸਤਿਗੁਰ ਦੀ ਡਿਊਟੀ ਬਣ ਜਾਂਦੀ ਹੈ। ਮਨ ਦਾ ਤਾਂ ਕੰਮ ਇੰਨੇ ਵੀ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਥਿਰ ਹੋ ਕੇ ਬਹਿਣਾ। ਬੱਚੇ ਦਾ ਕੰਮ ਹੁੰਦਾ ਕਲਾਸ ਵਿੱਚ ਟਿਕ ਕੇ ਬਹਿਣਾ, ਗਾਂ ਦਾ ਕੰਮ ਟੀਚਰ ਦਾ ਵੀ ਉਹਨੂੰ ਕੀ ਪੜ੍ਹਾਉਣਾ, ਕਿਸ ਤਰ੍ਹਾਂ ਪੜ੍ਹਾਉਣਾ, ਕਿਹੜਾ ਦੱਸਣਾ। ਫਿਰ ਉਹ ਸਤਿਗੁਰ ਦੀ ਡਿਊਟੀ ਹੈ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ। ਹੁਣ ਮਨ ਬੁੱਧੀ ਨੇ ਜਾ ਕੇ ਸਤਿਗੁਰ ਦੀ ਸ਼ਰਨ 'ਚ ਕਹਿਣਾ ਵੀ ਅਸੀਂ ਤੁਹਾਡੀ ਸ਼ਰਨ 'ਚ ਆ ਗਏ, ਵੀ ਹੁਣ ਸਾਨੂੰ ਆਪਣੀ ਸ਼ਰਨ 'ਚ ਰੱਖੋ। ਮੋਹ ਕੋ ਦੇਹ ਹਰੇ ਹਰ ਜਪਨੀ, ਮੈਨੂੰ ਹੁਣ ਉਹ ਜਪਨੀ ਦਿਓ, ਉਹ ਸੋਝੀ ਦਿਓ, ਉਹ ਸੁਗਿਆਨ ਦਿਓ, ਦੇਹੋ ਹਰੇ, ਕਿ ਜਿਹੜਾ ਮੈਨੂੰ ਜਿਉਂਦਾ ਕਰ ਦੇਵੇ। ਉਹ ਹੁਣ ਸੋਝੀ ਦਿਓ। ਜਿਵੇਂ ਬੱਚਾ ਟੀਚਰ ਨੂੰ ਕਹਿੰਦਾ ਵੀ ਸਰ ਮੈਨੂੰ ਹੁਣ ਉਹ ਪੜ੍ਹਾਈ ਕਰਾਓ ਜਿਹਦੇ ਨਾਲ ਮੈਂ ਡਾਕਟਰ ਬਣ ਜਾਵਾਂ, ਜਿਹਦੇ ਨਾਲ ਮੈਂ ਟੀਚਰ ਲੱਗਾ, ਜਿਹਦੇ ਨਾਲ ਮੈਂ ਇੰਜੀਨੀਅਰ ਬਣ ਜਾਵਾਂ। ਇੱਥੇ ਵੀ ਮਨ ਬੁੱਧੀ ਜਾ ਕੇ ਮਨ ਆਪਣੇ ਮੂਲ ਦੇ ਅੱਗੇ ਜਾ ਕੇ ਕਹਿੰਦਾ, ਸਤਿਗੁਰ ਨੂੰ ਕਹਿੰਦਾ ਆਪਣੇ ਨੂੰ, ਵੀ ਮੈਨੂੰ ਨਾਮ ਦੀ ਸੋਝੀ ਦਿਓ ਕਿ ਮੈਂ ਤੁਹਾਡੇ ਵਰਗਾ ਬਣ ਸਕਾਂ, ਮੈਂ ਵੀ ਸਤਿਗੁਰ ਬਣਾ, ਮੈਂ ਵੀ ਸੱਚਖੰਡ ਵਿੱਚ ਜਾਵਾਂ। ਰਹਾਓ ਹਰ ਮਾਲਾ ਔਰ ਅੰਤਰ ਧਾਰੈ। ਆ ਦੇਖੋ, ਹੁਣ ਹਰ ਨੇ ਮਾਲਾ ਦਿੱਤੀ। ਹੁਣ ਟੀਚਰ ਉਹ ਸਤਿਗੁਰ ਗਿਆਨ ਦੇ ਰਿਹਾ, ਟੀਚਰ ਗਿਆਨ ਦੇ ਰਿਹਾ ਬੱਚੇ ਨੂੰ। ਹਰ ਮਾਲਾ, ਹੁਣ ਉਹ ਮਾਲਾ ਦੇ ਰਿਹਾ, ਕੀ ਦੇ ਰਿਹਾ? ਔਰ ਅੰਤਰ ਧਾਰੈ। ਕਹਿੰਦੇ ਜਿਹੜੀ ਮੈਂ ਹੁਣ ਤੈਨੂੰ ਮਾਲਾ ਦਿੱਤੀ ਹੈ ਨਾ, ਗੱਲ ਦੱਸੂਗਾ ਮੈਂ ਤੈਨੂੰ, ਇਹਨੂੰ ਹਿਰਦੇ 'ਚ ਧਾਰ ਕੇ ਰੱਖੀ। ਹਿਰਦੇ 'ਚ ਧਾਰਨ ਵਾਸਤੇ ਕੋਈ ਚੀਜ਼ ਦੇ ਰਿਹਾ। ਹੁਣ ਜਿਹੜੀ ਬਾਹਰ ਮਾਲਾ ਸਾਡੇ ਕੋਲ ਹੱਥ 'ਚ ਫੜੀ ਹੁੰਦੀ ਆ, ਇਹਨੂੰ ਅਸੀਂ ਹਿਰਦੇ 'ਚ ਕਿਵੇਂ ਧਾਰਾਂਗੇ? ਇਹ ਤਾਂ ਹਿਰਦੇ 'ਚ ਜਾਣੀ ਨਹੀਂ ਹੈਗੀ। ਫਿਰ ਹਿਰਦੇ 'ਚ ਰੱਖਣ ਵਾਲੀ ਮਾਲਾ ਕੋਈ ਹੋਰ ਹੈ। ਭਾਵ ਕਿ ਐਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ, ਦੋਨਾਂ ਦੇ ਵਿੱਚ ਮੈਂ ਤੈਨੂੰ ਕੋਈ ਗੱਲ ਦੱਸਣੀ ਹੈ, ਤੇ ਦੋਨੇ ਗੱਲਾਂ ਆਪਣੇ ਹਿਰਦੇ 'ਚ ਧਾਰ ਕੇ ਰੱਖਣੀਆਂ ਨੇ। ਨਾਨਕ ਦਾਸ ਮੁਖ ਤੇ ਜੋ ਬੋਲਾ, ਇਹਾਂ ਊਹਾਂ ਸੱਚ ਹੋਗਾ। ਇਹ ਹੈ ਮਾਲਾ, ਕਿ ਸੱਚ ਬੋਲਣਾ ਇੱਥੇ ਵੀ
ਦਰਗਾਹ 'ਚ ਵੀ, ਉੱਥੇ ਵੀ ਤੈਨੂੰ ਪੁੱਛਣਗੇ, ਉੱਥੇ ਵੀ ਤੂੰ ਸੱਚ ਕਹਿਣਾ, ਇੱਥੇ ਵੀ ਤੂੰ ਸੱਚ ਕਹਿਣਾ। ਜਿਵੇਂ ਕਚਹਿਰੀ 'ਚ ਨਹੀਂ ਪੁੱਛਦੇ, ਉਹ ਕਹਿੰਦੇ ਵੀ ਮੈਂ ਜੋ ਕਹੂੰਗਾ ਸੱਚ ਕਹੂੰਗਾ, ਸੱਚ ਕੇ ਸਿਵਾ ਕੁਝ ਨਹੀਂ ਕਹੂੰਗਾ। ਭਾਵੇਂ ਉਹ ਚਲੋ ਇੱਥੇ ਬੋਲਦਾ ਝੂਠ ਹੀ ਹੈ, ਪਰ ਦਰਗਾਹ 'ਚ ਨਹੀਂ ਇਸ ਤਰ੍ਹਾਂ ਹੋਣਾ, ਉੱਥੇ ਸੱਚ ਹੀ ਬੋਲਿਆ ਜਾਣਾ। ਸੋ ਪਾਤਸ਼ਾਹ ਕਹਿੰਦੇ ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਇਸ ਮਾਲਾ ਦੇ ਅੰਦਰ ਸਮਰੱਥ ਹੈ ਕਿ ਜਦੋਂ ਮਾਲਾ ਉਹ ਹਿਰਦੇ 'ਚ ਜਾਂਦੀ ਹੈ, ਹਿਰਦੇ 'ਚ ਜਿਹੜੀ ਜੀਵ ਆਤਮਾ ਨੂੰ ਧਾਰ ਲੈਂਦੀ ਹੈ, ਉਹਨੂੰ ਧਾਰਨ ਦੀ ਦੇਰ ਹੈ ਤਾਂ ਜਨਮ ਮਰਨ ਦਾ ਦੁੱਖ ਨਿਵਾਰਿਆ ਜਾਂਦਾ ਹੈ। ਆਹ ਸਰੀਰ ਤੋਂ ਖੜਾ ਛੁੱਟ ਜਾਂਦਾ ਹੈ। ਇਹੀ ਤਾਂ ਸਭ ਤੋਂ ਵੱਡਾ ਦੁੱਖ ਹੈ। ਇੱਕ ਦੁੱਖ ਕਾਟੋ ਰਾਜਾ ਰਾਮ ਰਾਏ ਮੇਰਾ, ਅਗਨ ਨਾ ਦਹੇ ਨਾ ਗਰਭ ਬਸੇਰਾ। ਮੈਨੂੰ ਇਹ ਚਿੰਤਾ ਦੀ ਅੱਗ 'ਚ ਸੜਨ ਤੋਂ ਬਚਾ ਲੈ। ਮੈਂ ਇਸ ਗਰਭ 'ਚੋਂ ਨਿਕਲਣਾ ਚਾਹੁੰਦਾ ਜਿਹੜਾ ਭਵ ਸਾਗਰ ਹੈ। ਇੱਥੇ ਬੜੀ ਮੈਨੂੰ ਤਕਲੀਫ ਹੈ, ਇਹ 'ਚੋਂ ਮੈਨੂੰ ਬਾਹਰ ਕੱਢ। ਉਹਦੀ ਗੱਲ ਪਾਤਸ਼ਾਹ ਕਹਿੰਦੇ ਜਨਮ ਮਰਨ ਕਾ ਦੁੱਖ ਨਿਵਾਰੈ। ਦੇਖੋ ਮਾਲਾ ਦਾ ਅਰਥ ਵੀ ਕਰਤਾ ਵੀ ਸਾਡੀ ਮਾਲਾ ਕਿਹੜੀ ਹੈ ਜਿਹਦੇ ਨਾਲ ਜਨਮ ਮਰਨ ਕੱਟਿਆ ਜਾਂਦਾ। ਹੁਣ ਜਨਮ ਮਰਨ ਕਿਹਦੇ ਨਾਲ ਕੱਟ ਹੁੰਦਾ? ਨਾਮ ਨਾਲ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾ। ਜਦੋਂ ਹਿਰਦੇ 'ਚ ਨਾਮ ਆ ਗਿਆ ਤੇ ਹਉਮੈ ਖਤਮ ਹੈ। ਉਹ ਸਾਡੇ ਟੀਕਾਕਾਰਾਂ ਨੇ ਇਹਦਾ ਅਰਥ ਕੀ ਕਰ ਲਿਆ ਕਿ ਹਰ ਹਰ ਅੱਖਰ ਦੋਏ ਮਾਲਾ, ਵੀ ਦੋ ਅੱਖਰ ਨੇ ਰਾਮ ਰਾਮ, ਵੀ ਇਹ ਮਾਲਾ ਦੇ ਫੇਰ ਨੇ। ਉਹ ਦੋ ਅੱਖਰ ਥੋੜੋ ਨੇ, ਉਹਦਾ ਕੰਨਾ ਵੀ ਹੈ ਵਿੱਚ, ਔਂਕੜ ਵੀ ਹੈ ਰਾਮ। ਫਿਰ ਤਾਂ ਰਾਮ ਰਾਮ ਆ, ਫਿਰ ਬਾਕੀ ਤਾਂ ਹੋਰ ਕੁਛ ਕਰਦੇ ਜਿਹੜੇ ਦਰਗਾਹ ਨਹੀਂ ਜਾ ਸਕਦੇ। ਫਿਰ ਤਾਂ ਅੱਲਾ ਅੱਲਾ ਕਰਨ ਵਾਲੇ ਨੂੰ ਆਗਿਆ ਮਿਲ ਗਈ। ਅੱਲਾ ਦੇ 3 ਅੱਖਰ ਨੇ, ਵਾਹਿਗੁਰੂ ਕਰਨ ਵਾਲੇ ਦੇ 4 ਅੱਖਰ ਨੇ। ਫਿਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਅਰਥ ਕਰਦੇ ਹੋ, ਇੱਕ ਤਰਫੀ ਗੱਲ ਕਰਦੇ। ਰਾਮ ਅੱਖਰਾਂ 'ਚ ਨਹੀਂ ਹੈ, ਰਾਮ ਦਾ ਨਾਮ ਹੈ ਅੱਖਰਾਂ 'ਚ। ਰਾਮ ਤਾਂ ਚੇਤਨ ਸਰੂਪ ਹੈ। ਜਨਮ ਮਰਨ ਕਾ ਦੁੱਖ ਨਿਵਾਰੈ, ਮਾਲਾ ਦਾ ਸਿੱਧਾ ਹੀ ਕਲੀਅਰ ਅਰਥ ਕਰਦਾ ਕਿ ਨਾਮ ਹੈ। ਦਰਸ਼ਨ ਦਾ ਅਰਥ ਨਾਮ ਹੈ, ਸੇਵਾ ਦਾ ਅਰਥ ਨਾਮ ਹੈ, ਜਿਹੜੀ ਦਰਗਾਹ 'ਚ ਪ੍ਰਵਾਨਤ ਹੈ। ਹਿਰਦੇ ਸੰਭਾਲੈ ਮੁਖ ਹਰ ਹਰ ਬੋਲੇ। ਦੇਖੋ ਕਹਿੰਦੇ ਹਿਰਦੇ 'ਚ ਸੰਭਾਲ ਹੁੰਦਾ ਹੈ। ਰਾਖੋਂ ਹੀ ਹੈ ਪਰੋਏ, ਕਹਿੰਦੇ ਹਿਰਦੇ 'ਚ ਪਰੋ ਕੇ ਰੱਖਦਾ ਮੈਂ। ਹਿਰਦੇ ਸੰਭਾਲੈ, ਕਹਿੰਦੇ ਹਿਰਦੇ 'ਚ ਸਮਾਇਆ ਹੋਇਆ ਹੈ। ਮੁਖੀ ਹਰ ਹਰ ਬੋਲੇ। ਮੁਖ ਤੋਂ ਫਿਰ ਕੀ ਬੋਲਦਾ? ਜਦੋਂ ਮੁਖੋਂ ਬੋਲਦਾ ਕੁਛ, ਉਹ ਹਰ ਵਾਰ ਹੀ ਬੋਲਦਾ। ਹਉ ਬੁਲਾਇਆ ਬੋਲੇ ਖਸਮ ਦਾ, ਹਉ ਆਪੂ ਬੋਲ ਨਾ ਜਾਣਦਾ, ਜੋ ਕਿਹਾ ਸੋ ਹੁਕਮ ਆਓ ਜੀ। ਕਿ ਜੋ ਮੈਨੂੰ ਹੁਕਮ ਆ ਰਿਹਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ। ਹਰ ਹਰ ਬੋਲੇ, ਸਾਡੇ ਹਿਰਦੇ 'ਚ ਬੈਠਾ ਹਰ, ਸੱਚਖੰਡ ਵਾਲਾ ਜਿਹੜਾ ਹਰ ਹੈ, ਉਹਨਾਂ ਦੀ ਜਿਹੜੀ ਭਾਸ਼ਾ ਹੈ, ਉਹਨਾਂ ਦੀ ਜਿਹੜੀ ਬੋਲੀ ਹੈ, ਇਹ ਸਾਡੀ ਭਾਸ਼ਾ 'ਚ ਬੋਲਦਾ। ਬਾਣੀ ਨੂੰ ਗੁਰਬਾਣੀ ਬਣਾ ਕੇ ਸਾਨੂੰ ਦੱਸਦਾ। ਸੋ ਜਨ ਇਤਿ ਉਤ ਕਤੇ ਨਾ ਡੋਲੇ। ਆਹ ਨਿਸ਼ਾਨੀ ਨਾਲ ਦੱਸੀ ਹੈ ਵੀ ਕਿਤੇ ਕੋਈ ਹੋਰ ਹੀ ਨਾ ਕਹਿ ਦੇਵੇ ਆਪਣੇ ਆਪ ਨੂੰ ਵੀ ਅਸੀਂ ਵੀ ਤਾਂ ਗੁਰਬਾਣੀ ਦੀਆਂ ਗੱਲਾਂ ਕਰਦੇ ਹਾਂ ਜੀ, ਅਸੀਂ ਕਿਹੜਾ ਗੁਰਬਾਣੀ ਤੋਂ ਬਾਹਰ ਬੋਲਦੇ ਹਾਂ। ਅਸੀਂ ਵੀ ਤਾਂ ਸੰਗਤ ਨੂੰ ਇਹੀ ਕਹਿੰਦੇ ਭਾਈ ਨਾਮ ਜਪਿਆ ਕਰੋ, ਝੂਠ ਨਾ ਬੋਲਿਆ ਕਰੋ, ਮਾੜੇ ਕੰਮ ਨਾ ਕਰੋ। ਪਰ ਪਾਤਸ਼ਾਹ ਨੇ ਨਾਲ ਹੀ ਦੱਸਿਆ ਬਚਨ ਵੀ ਕਿਤੇ ਇਹਦਾ ਨਜਾਇਜ਼ ਫਾਇਦਾ ਨਾ ਠਾਲ ਲਵੇ ਕੋਈ, ਕਿਉਂਕਿ ਉਸ ਵੇਲੇ ਉਹ ਠਾਲਦੇ ਸੀਗੇ। ਬਿਰਥੀ ਚੰਦ ਹੋਣੀ, ਸ੍ਰੀ ਚੰਦ ਜੀ, ਦਾਤੂ ਦਾਸੂ ਜੀ, ਉਹ ਵੀ ਠਾਲਦੇ ਸੀ ਵੀ ਅਸੀਂ ਉਹਨਾਂ ਦੇ ਮੁੰਡੇ ਹਾਂ। ਲੋਕ ਉਹਨਾਂ ਨਾਲ ਵੀ ਜੁੜੇ ਸੀ ਭਰਮ 'ਚ। ਕਹਿੰਦੇ ਸੋ ਜਨ ਇਤਿ ਉਤ ਕਤੇ ਨਾ ਡੋਲੇ। ਕਹਿੰਦੇ ਇਹ ਨਿਸ਼ਾਨੀਆਂ ਵੀ ਜਿਹਦੇ ਅੰਦਰ ਸ਼ਬਦ ਗੁਰੂ ਦੀ ਕਰਾਮਾਤ ਵਰਤਦੀ ਹੈ, ਨਾ ਉਹ ਇੱਥੇ ਨਾ ਉੱਥੇ,
ਉਹ ਕਦੇ ਡੋਲਦਾ ਨਹੀਂ ਹੈ, ਕਿਉਂਕਿ ਜੁੜੇ ਹੀ ਥਿਰ ਨਾਲ ਹੋਇਆ। ਗੁਰ ਨਾਰਾਇਣ, ਥਿਰ ਨਾਰਾਇਣ, ਥਿਰ ਗੁਰ, ਥਿਰ ਹੈ ਨਾਰਾਇਣ। ਬਾਕੀ ਸਾਰਾ ਕੁਝ ਅਸਥਿਰ ਹੈ, ਬਾਕੀ ਡੋਲਦਾ ਸਾਰਾ ਕੁਝ। ਮਾਇਆ 'ਚ ਕੋਈ ਵੀ ਚੀਜ਼ ਥਿਰ ਨਹੀਂ ਹੈ, ਸਭ ਚਲਾਇਮਾਨ ਹੈ। ਧਰਤੀ ਜਦੋਂ ਚਲਾਇਮਾਨ ਹੈ, ਵੀ ਧਰਤੀ ਹਿਲਦੀ ਹੈ, ਸਾਰਾ ਕੁਝ ਹੀ ਹਿਲਦਾ ਹੈ। ਆਕਾਸ਼ ਥਿਰ ਹੈ, ਹੁਕਮ ਥਿਰ ਹੈ। ਸੋ ਜਾਣੇ ਤੇ ਉਤਕਤ ਨਾ ਡੋਲਾ, ਉਹ ਨਹੀਂ ਡੋਲਦਾ। ਔਰ ਨਹੀਂ ਡੋਲੇ ਗੁਰਮੁਖ ਸਾਡੇ ਸਾਹਮਣੇ ਪ੍ਰੂਫ ਨੇ। ਅੱਜ ਵੀ ਜਿਹਦੇ ਹਿਰਦੇ ਸ਼ਬਦ ਗੁਰੂ ਪ੍ਰਗਟ, ਉਹ ਵੀ ਨਹੀਂ ਡੋਲਦਾ। ਡਲਾ ਕੇ ਦਿਖਾਵੇ ਉਹਨੂੰ ਕੋਈ। ਕਹੋ ਨਾਨਕ ਜੋ ਰਾਚੈ ਨਾਏ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜਿਹੜਾ ਇਸ ਹੁਕਮ ਦੇ ਵਿੱਚ ਰਚ ਮਿਚ ਜਾਂਦੀ ਹੈ ਜੀਵਤ, ਇੱਕ ਮਿੱਕ ਹੋ ਜਾਂਦੀ ਹੈ, ਸਾਬਤ ਸੂਰਤ ਹੋ ਜਾਂਦੀ ਹੈ, ਇੱਕ ਹੋ ਜਾਂਦਾ ਹੈ। ਹਰ ਮਾਲਾ ਤਾਂ ਕਹਿ ਸੰਗੀ ਜਾਏ। ਕਹਿੰਦੇ ਇਹ ਮਾਲਾ ਨਾਲ ਜਾਂਦੀ ਹੈ। ਆਹ ਸਭ ਤੋਂ ਵੱਡਾ ਪ੍ਰੂਫ ਪਿਆ ਕਿ ਆਹ ਮਾਲਾ ਜਿਹੜੀ ਨਾਲ ਜਾਂਦੀ ਹੈ। ਸੰਗੀ ਜਾਏ ਲਿਖਿਆ, ਜਿਹੜੀ ਸਰੀਰ ਨਾਲ ਮਾਲਾ ਫੇਰੀ ਜਾਂਦੀ ਉਹ ਨਾਲ ਨਹੀਂ ਜਾਂਦੀ, ਉਹ ਤਾਂ ਇੱਥੇ ਰਹਿ ਜਾਂਦੀ। ਪਰ ਆਹ ਮਾਲਾ ਨਾਲ ਜਾਂਦੀ ਲਿਖਿਆ ਪੰਜਵੇਂ ਪਾਤਸ਼ਾਹ ਨੇ। ਬਾ ਹੁਕਮ ਹੈ ਦਰਗਾਹ ਦਾ, ਸੱਚਖੰਡ ਜੋ ਪਰਮੇਸ਼ਰ ਨੇ ਕਿਹਾ, ਕਹਿੰਦਾ ਆਹ ਮਾਲਾ ਫੇਰ ਕੇ ਆਇਓ। ਮਾਲਾ ਜ਼ਰੂਰ ਫੇਰਨੀ, ਇਹ ਨਹੀਂ ਕਿ ਮਾਲਾ ਨਹੀਂ ਫੇਰਨੀ, ਪਰ ਆਹ ਫੇਰ। 1134 ਪੰਨੇ ਦੇ ਉੱਪਰ ਚੌਥੇ ਪਾਤਸ਼ਾਹ ਕਹਿੰਦੇ ਆ, ਭੈਰੋ ਰਾਗ ਦੇ ਵਿੱਚ, ਭੈਰੋ ਮਹੱਲਾ ਚੌਥਾ, ਸੋ ਕ੍ਰਿਤ ਕਰਨੀ ਸਾਰ ਜਪਮਾਲੀ। ਕਹਿੰਦੇ ਅਸੀਂ ਸੋ ਕ੍ਰਿਤ ਕਰਨੀ ਹੈ, ਸ੍ਰੇਸ਼ਟ ਕਿਰਤ ਕਰਨੀ ਹੈ, ਭਾਵ ਕੇ ਭਾਣੇ 'ਚ ਰਹਿਣਾ, ਹੁਕਮ 'ਚ ਰਹਿਣਾ ਹੈ। ਪਰ ਸਾਡੇ ਇੱਕ ਲੋਗੋ ਬੜਾ ਪ੍ਰਚਲਿਤ ਕਰਤਾ, ਨਾਮ ਗੁਰੂ ਨਾਨਕ ਸਾਹਿਬ ਦਾ ਵਰਤ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਦ ਕਿ ਗੁਰੂ ਨਾਨਕ ਸਾਹਿਬ ਇਹ ਗੱਲ ਨਹੀਂ ਕਹਿ ਸਕਦੇ। ਇਹ ਗੁਰਬਾਣੀ 'ਚ ਪੰਕਤੀ ਨਹੀਂ ਆਈ, ਨਾ ਗੁਰਬਾਣੀ 'ਚ ਦਾ ਕੋਈ ਆਧਾਰ ਆਇਆ। ਗੁਰਬਾਣੀ 'ਚ ਆਉਂਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ। ਉਹ ਤਾਂ ਕਹਿੰਦੇ ਕਿਰਤ ਨੇ ਵਿਛੋੜਿਆ। ਸਰੀਰ ਨਾਲ ਕੰਮ ਕੀਤੇ ਜਾਂਦੇ, ਵੰਡ ਛਕੋ। ਕੀ ਵੰਡ ਕੇ ਛਕੋ? ਮਾਇਆ। ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦਾ ਵਰਤਾਇਆ, ਲੰਗਰ ਲਾਇਆ ਜੀ, ਉਹ ਵੰਡ ਕੇ ਛਕਣ ਦਾ ਉਪਦੇਸ਼। ਉਹ ਇਹ ਥੋੜ੍ਹਾ ਵੰਡ ਕੇ ਛਕਿਆ ਉਹਨਾਂ ਨੇ, ਇਹ ਤਾਂ ਪਰਮੇਸ਼ਰ ਦਾ ਦਿੱਤਾ ਹੈ। ਪਰਮੇਸ਼ਰ ਦੀ ਚੀਜ਼ ਨੂੰ ਵੰਡ ਕੇ ਛਕਣਾ ਕੀ ਹੁੰਦਾ? ਉਹਨਾਂ ਨੇ ਉਹ ਦਿੱਤਾ ਨਾਮ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਰਲ ਮਿਲ ਕੇ ਇਹਨੂੰ ਖਰਚੋ। ਗੁਣਾਂ ਦੀ ਸਾਂਝ ਕਰੋ ਇੱਕ ਦੂਜੇ ਨਾਲ। ਸਰੀਰਕ ਤਾਂ ਕਿਸੇ ਕੋਲ ਭੋਜਨ ਵੱਧ ਹੈ, ਕਿਸੇ ਕੋਲ ਘੱਟ ਹੈ, ਕਹਿੰਦੇ ਇਹਦਾ ਕੋਈ ਸੰਬੰਧ ਨਹੀਂ ਹੈ। ਗੁਣਾਂ ਦੀ ਸਾਂਝ ਕਰੋ। ਸਾਂਝ ਕਰੀਜੈ ਗੁਣਾ ਕੇਰੀ, ਗੁਣ ਧਾਰਨ ਕਰੋ। ਨਾਮ ਜਪੋ। ਨਾਮ ਜਪਣਾ ਕੀ ਹੈ? ਹੁਕਮ ਵਿੱਚ ਰਹਿਣਾ। ਨਾਮ ਕੀ ਹੈ? ਹੁਕਮ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਬਾਰ ਬਾਰ ਵਿੱਚ ਹੁਕਮ 'ਚ ਰਹਿਣ ਦੀ ਗੱਲ ਕਰੋ। ਸੋਝੀ ਪ੍ਰਾਪਤ ਕਰੋ, ਜਿੰਨੀ ਸੋਝੀ ਪ੍ਰਾਪਤ ਆਈ ਹੈ ਦੂਜੇ ਨਾਲ ਸਾਂਝੀ ਕਰੋ। ਕਿਰਤ ਛੱਡੋ। ਕਿਰਤ ਕੀ ਹੈ? ਮਾਇਆ ਦੀ ਸੋਚ ਛੱਡੋ। ਕੰਮ ਕਰੋ, ਸਰੀਰ ਕਰਕੇ ਕੰਮ ਕਰਨਾ ਕਰੋ, ਕੋਈ ਗੱਲ ਨਹੀਂ। ਜੇ ਤੁਹਾਨੂੰ ਠੀਕ ਲੱਗਦਾ ਕਰ ਲਓ, ਨਹੀਂ ਕਰਨਾ ਤਾਂ ਵੀ ਕੋਈ ਗੱਲ ਨਹੀਂ। ਉਹ ਤੁਹਾਡੀ ਆਪਣੀ ਕਿਰਿਆ ਸੰਸਾਰੀ ਹੈ, ਪਰ ਜਿਹੜੀ ਦਰਗਾਹੀ ਕਿਰਿਆ ਉਹ ਜ਼ਰੂਰ ਕਰੋ। ਉਹ ਚੌਥੇ ਪਾਤਸ਼ਾਹ ਵੀ ਕਹਿੰਦੇ ਸੋ ਕਿਰਤ ਕਰਨੀ। ਕਹਿੰਦੇ ਉਹ ਕਿਰਤ ਕਰਨੀ ਹੈ ਜਿਹੜੀ ਸੱਚਖੰਡ ਵਾਲੀ ਹੈ। ਆਪਣੀ ਕਿਰਤ ਨਹੀਂ ਕਰਨੀ, ਆਪਣੀ ਸੋਚ ਛੱਡਣੀ ਹੈ। ਆਪ ਗਵਾਈ ਹੈ ਤਾਂ ਸੌ ਪਾਈ ਹੈ। ਆਪਣੀ ਸੋਚ ਤਾਂ ਇੱਥੇ ਜੋੜੀ ਰੱਖਦੀ ਹੈ। ਸੋ ਕਿਰਤ ਕਰਨੀ ਸਾਰ, ਕਹਿੰਦੇ ਉਹ ਹੈ ਤੱਤ। ਉਹ ਕੀ ਹੈ? ਜਪ ਮਾਲੀ। ਕਹਿੰਦੇ ਸਾਡੀ ਤਾਂ ਉਹ ਮਾਲ ਹੈ, ਅਸੀਂ ਤਾਂ ਉਹ ਸਮਝ ਪ੍ਰਾਪਤ ਕੀਤੀ ਹੈ, ਅਸੀਂ ਤਾਂ ਉਸ ਮਾਲਾ ਬਾਰੇ ਕੁਛ ਜਾਣਦੇ ਹਾਂ। ਕਿਉਂਕਿ ਜਿਹੜੀ ਚੀਜ਼ ਬਾਰੇ ਅਸੀਂ ਜਾਣਦੇ ਹਾਂ, ਅਸੀਂ ਤਾਂ ਤੁਹਾਨੂੰ ਉਹੀ ਦੱਸ ਸਕਦੇ ਹਾਂ।
ਜਿਵੇਂ ਡਾਕਟਰ ਹੈ, ਉਹ ਹਾਰਟ ਸਪੈਸ਼ਲਿਸਟ, ਉਹ ਕਹਿੰਦਾ ਵੀ ਮੈਂ ਤਾਂ ਹਾਰਟ ਬਾਰੇ ਦੱਸ ਸਕਦਾ, ਹੁਣ ਬਾਕੀਆਂ ਬਾਰੇ ਤਾਂ ਮੈਨੂੰ ਪਤਾ ਨਹੀਂ, ਮੈਂ ਸਾਰਾ ਪੜ੍ਹਾਈ ਉਹਦੀ ਕੀਤੀ। ਇਸੇ ਤਰ੍ਹਾਂ ਭਗਤਾਂ ਨੇ ਹੁਕਮ ਦੇ ਵਿੱਚ ਰਹੇ ਆ, ਉਹ ਕਹਿੰਦੇ ਸਾਨੂੰ ਹੁਕਮ ਬਾਰੇ ਜ਼ਰੂਰ ਪਤਾ ਸੀ, ਹੁਕਮ ਬਾਰੇ ਤੁਹਾਨੂੰ ਦੱਸ ਸਕਦੇ। ਹਿਰਦੇ ਫੇਰ ਚੱਲੇ ਤੁਧ ਨਾਲੀ, ਕਹਿੰਦੇ ਹਿਰਦੇ 'ਚ ਫੇਰ ਇਹਨੂੰ, ਇਹ ਮਾਲਾ ਹਿਰਦੇ 'ਚ ਫਿਰਦੀ ਹੈ, ਬਾਕੀ ਮਾਲਾ ਤਾਂ ਹੱਥ 'ਤੇ ਫਿਰਦੀ ਹੈ। ਜਿਹੜਾ ਅਸੀਂ ਮੂੰਹੋਂ ਬੋਲਦੇ ਹਾਂ, ਚਾਹੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਜਾਂ ਪਹਿਲੀ ਪੌੜੀ ਦਾ ਮੂਲ ਮੰਤਰ ਪੜ੍ਹਦੇ ਹਾਂ, ਉਹ ਤਾਂ ਅਸੀਂ ਮੂੰਹੋਂ ਬੋਲਦੇ ਹਾਂ, ਉਹਦਾ ਸਾਡੇ ਅੰਦਰ 'ਤੇ ਤਾਂ ਕੋਈ ਅਸਰ ਨਹੀਂ ਹੁੰਦਾ। ਇਹ ਮੇਰੇ ਮਨ ਤੇਰੇ 'ਤੇ ਤਾਂ ਕੋਈ ਅਸਰ ਨਹੀਂ ਹੁੰਦਾ, ਤੂੰ ਕਿਸੇ ਦੀ ਗੱਲ ਕਿਉਂ ਕਰਦਾ, ਤੂੰ ਆਪਣੇ ਅੰਦਰ ਝਾਤੀ ਮਾਰ। ਪਰ ਪਾਤਸ਼ਾਹ ਕਹਿੰਦੇ ਹਿਰਦੇ ਫੇਰ ਚਲੇ ਤੁਧ ਨਾਲੀ, ਉਹ ਤਾਂ ਤੇਰੇ ਨਾਲ ਚੱਲੂਗੀ। ਤੂੰ ਭਾਣੇ 'ਚ ਰਹਿ ਤਾਂ ਸਹੀ, ਭਾਣਾ ਤੇਰੇ ਹਿਰਦੇ 'ਚ ਹੈ, ਉਹ ਤੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਰ ਹਰ ਨਾਮ ਜਪੋ ਬਨ ਵਾਲੀ, ਕਹਿੰਦੇ ਉਸ ਨਾਮ ਨੂੰ ਸਮਝੋ, ਇਹ ਮੇਰੇ ਮਨਾ ਉਸ ਨਾਮ ਨੂੰ ਸਮਝ ਵਿਚਾਰ ਜਪ ਹੋ ਬਨ ਵਾਲੀ। ਆ ਜਿਹੜੀ ਬਨ ਦੇ ਅੰਦਰ ਆਈ ਹੋਈ ਹੈ ਨਾ ਜੀਵ ਆਤਮਾ, ਸੁਰਤ ਇਹ ਸਰੀਰ ਦੇ ਅੰਦਰ ਫਿਰਦੀ ਹੈ, ਇਹਦੇ ਕੋਲ ਟਾਈਮ ਹੈ ਕਿ ਉਸ ਹੁਕਮ ਨੂੰ ਸਮਝ ਸਕੇ। ਕਰ ਕਿਰਪਾ ਮੇਲੋ ਸਤਸੰਗਤ, ਟੁੱਟ ਗਈ ਮਾਇਆ ਜੰਜਾਲੀ, ਕਹਿੰਦੇ ਕਰੀ ਕਿਰਪਾ, ਕਹਿੰਦੇ ਜਦੋਂ ਉਹਨੇ ਕਿਰਪਾ ਕਰਤੀ ਬਖਸ਼ਿਸ਼ ਹੋ ਗਈ। ਮੇਲੋ ਸਤਸੰਗ, ਜਦੋਂ ਸੱਤ ਦੀ ਸੰਗਤ ਮਿਲ ਗਈ, ਸੱਤ ਸਾਡਾ ਮੂਲ ਹੈ, ਸੰਗਤ ਜੀਵਾਤਮਾ ਨੇ ਕਰਨੀ ਹੈ। ਜਦੋਂ ਆਪਣੀ ਮੂਲ ਦੇ ਨਾਲ ਆਪਣੀ ਜੀਵਾਤਮਾ ਨੇ ਸੰਗਤ ਕਰ ਲਈ, ਮਨ ਨੇ ਆਪਣੇ ਪ੍ਰਭ ਦੀ ਸ਼ਰਨ ਵਿੱਚ ਚਲਾ ਗਿਆ, ਤਾਂ ਟੂਟ ਗਈ ਮਾਇਆ ਜੰਜਾਲੀ, ਕਹਿੰਦੇ ਜਿੰਨੇ ਵੀ ਭਰਮ ਦਾ ਜਾਲਾ ਬੁਣਿਆ ਹੋਇਆ ਸੀ, ਜੋ ਭਰਮ ਦਾ ਅਡੰਬਰ ਰਚਿਆ ਹੋਇਆ ਸੀ, ਉਹ ਸਾਰਾ ਕੁਝ ਹੀ ਟੁੱਟ ਜਾਂਦਾ, ਸਾਰਾ ਕੁਝ ਹੀ ਖਤਮ। ਉਸ ਤੋਂ ਅੱਗੇ 841 ਪੰਨੇ ਤੇ ਪਾਤਸ਼ਾਹ ਕਹਿੰਦੇ ਹਿਰਦੇ ਜਪਨੀ ਜਪੋ ਗੁਣ ਤਾਸਾ, ਕਹਿੰਦੇ ਹਿਰਦੇ ਵਿੱਚ ਜਪਨੀ ਹੈ, ਇਹ ਸਮਝ ਹਿਰਦੇ ਵਿੱਚ ਹੀ ਆਉਂਦੀ ਹੈ, ਇਹੀ ਮਾਲਾ ਹੈ। ਜਪੋ ਗੁਣ ਤਾਸਾ, ਕਹਿੰਦੇ ਇਹਨੂੰ ਸਮਝੋ। ਗੁਣ ਤਾਸਾ ਇਹ ਗੁਣਾਂ ਦਾ ਖਜ਼ਾਨਾ ਹੈ, ਇੱਕ ਦੇ 8 ਗੁਣ ਨੇ, ਇੱਕ ਦੇ ਦੁਆਲੇ ਹੀ ਘੁੰਮਣੇ, ਉਹ 8 ਗੁਣਾਂ ਨੇ ਬਾਰ-ਬਾਰ ਸਰਕਲ ਕਰਨਾ, ਇੱਕ ਬਣ ਕੇ ਹੀ ਰਹਿਣਾ, ਉਹ ਹੈ ਮਾਲਾ। ਹਰ ਅਗਮ ਅਗੋਚਰ ਅਪਰੰਪਰ ਸੁਆਮੀ, ਜਨ ਪੱਗ ਲੱਗ ਧਿਆਵੋ ਹੋਏ ਦਾਸਨ ਦਾਸ। ਹਰ ਅਗੰਮ ਹੈ, ਅਗੋਚਰ ਹੈ, ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਅਪਰੰਪਰ ਹੈ, ਪਰੇ ਤੋਂ ਪਰੇ, ਹੁਕਮ ਦਾ ਕੋਈ ਪਾਰਾਵਾਰ ਨਹੀਂ। ਉਹ ਸੁਆਮੀ ਜਨ ਪੱਗ, ਉਸ ਰਸਤੇ 'ਤੇ ਚਲੋ, ਉਸ ਮਾਰਗ 'ਤੇ ਚਲੋ, ਪੱਗ ਹੁੰਦਾ ਮਾਰਗ 'ਤੇ ਚੱਲਣਾ। ਲੱਗ ਧਿਆਵੋ, ਧਿਆਨ ਹਰ ਵੇਲੇ ਉਸ ਮਾਰਗ 'ਤੇ ਰੱਖੋ, ਉਸ ਹੁਕਮ 'ਚ ਰੱਖੋ। ਹੋਏ ਦਾਸਨ ਦਾਸ, ਬਸ ਕਹਿੰਦੇ ਫਿਰ ਤੁਸੀਂ ਦਾਸਨ ਦਾਸ ਬਣ ਜਾਓਗੇ, ਭਾਵ ਕਿ ਜਿਹੜੇ ਪਹਿਲਾਂ ਹੋ ਚੁੱਕੇ ਨੇ, ਜਿਹੜੇ ਉਸ ਹੁਕਮ 'ਚ ਚੱਲੇ ਨੇ, ਉਹ ਕਿਵੇਂ ਕਿਵੇਂ ਚੱਲੇ ਨੇ, ਉਹਨਾਂ ਨਾਲ ਧਿਆਨ ਰੱਖੋ ਵੀ ਉਸੇ ਹੁਕਮ 'ਚ ਆਪਾਂ ਵੀ ਚੱਲ ਸਕੀਏ। ਪੰਨਾ 1084 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ ਸਭੇ ਵਕਤ ਸਭੇ ਕਰ ਵੇਲਾ, ਕਿਉਂਕਿ ਜਿਹੜੇ ਇਸਲਾਮ ਵਾਲੇ ਆ ਉਹ ਵਕਤ ਕਹਿੰਦੇ ਆ, ਸਨਾਤਨ ਮਤ ਵਾਲੇ ਵੇਲਾ ਕਹਿ ਦਿੰਦੇ ਆ, ਦੋਨਾਂ ਨੂੰ ਉਪਦੇਸ਼ ਦਿੰਦੇ ਆ। ਕਹਿੰਦੇ ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਿਲੇ ਮਹਿਮੌਲਾ, ਕਹਿੰਦੇ ਖਾਲਕ ਨੂੰ ਯਾਦ ਕਰ। ਜਿਹੜਾ ਹੁਕਮ ਮਾਇਆ ਦੇ ਵਿੱਚ ਵਿਚਰ ਰਿਹਾ, ਹੁਕਮ 'ਚ ਚੱਲ ਰਹੀ ਹੈ ਸ੍ਰਿਸ਼ਟੀ, ਉਸ ਹੁਕਮ ਨੂੰ ਦਿਲੇ ਮਹਿਮੌਲਾ, ਕਹਿੰਦੇ ਦਿਲ ਦੇ ਅੰਦਰ ਉਹ ਮੌਲਿਆ ਹੋਇਆ, ਹਿਰਦੇ ਦੇ ਅੰਦਰ ਹੈ, ਉਹਦਾ ਪ੍ਰਗਾਸ ਹੈ ਹੁਕਮ ਦਾ। ਤਸਵੀ ਯਾਦ ਕਰੋ ਦਸ ਮਰਦਨ, ਸੁਨਤ ਸੀਲ ਬੰਧਨ ਬਾਰਾ, ਕਹਿੰਦੇ ਤਸਵੀ ਹੈ ਨਾ ਜਿਹੜੀ ਮਾਲਾ ਹੈ, ਕਹਿੰਦੇ ਬਸ ਉਹ ਯਾਦ ਹੀ ਹੈ, ਉਹਦਾ ਚੇਤਾ ਹੀ ਹੈ, ਹੁਕਮ 'ਚ ਰਹਿਣਾ ਹੀ ਤਸਵੀ ਹੈ। ਨਹੀਂ ਤੇ ਇਸਲਾਮ ਨੂੰ ਉਪਦੇਸ਼ ਹੈ, ਉੱਥੇ ਮਾਲਾ ਸਨਾਤਨ ਨੂੰ ਉਪਦੇਸ਼ ਸੀ ਕਿ ਜਿਹੜੀ ਤੁਸੀਂ ਤਸਵੀ ਫੇਰਦੇ ਹੋ, ਮੈਂ ਵੀ ਤਸਵੀ ਫੇਰਦਾ, ਪਰ ਮੇਰੀ ਤਸਵੀ ਹੈ ਵੀ ਮੈਂ ਸਦਾ ਉਹਦੇ ਨਾਲ ਜੁੜਿਆ ਰਹਿਣਾ,
ਕਰੋ 10 ਮਰਦਨ। ਕਹਿੰਦੇ ਜਿਹੜੇ 10ਵੇਂ ਦੁਆਰ ਨੇ ਹਿਰਦੇ ਵਿੱਚ ਟਿਕ ਕੇ ਜਿਹੜੇ 9 ਦੁਆਰੇ ਨੇ, ਕਹਿੰਦੇ ਮੈਂ ਮਰਦਨ, ਮੈਂ ਉਹਨੂੰ ਮਰਦ ਨਹੀਂ ਮੰਨਦਾ ਕਿ ਜਿਹੜਾ ਇਹਨਾਂ ਦੁਆਰਿਆਂ ਨਾਲ ਜੁੜਿਆ ਹੋਇਆ, ਜਿਹੜਾ ਇਹਨਾਂ 10 ਦੁਆਰਿਆਂ ਵਿੱਚੋਂ 9 ਦੁਆਰਿਆਂ ਨੂੰ ਬੰਦ ਕਰ ਦਿੰਦਾ, ਉਹ ਮਰਦ ਹੈ। ਮਰਦਨ ਉਹ ਨਹੀਂ ਫਿਰ ਦੁਬਾਰਾ ਮਰਦਾ, ਮਰਦ ਸਦਾ ਹੀ ਰਹਿੰਦਾ। ਸੁੰਨਤ ਸੀਲ ਬੰਧਨ ਬਰਾ, ਕਹਿੰਦੇ ਤੁਸੀਂ ਜਿਹੜੀ ਸੁੰਨਤ ਕਰਦੇ ਹੋ ਸਰੀਰ ਦਾ ਅੰਗ ਕੱਟ ਕੇ, ਪਰ ਸਾਡੀ ਸੁੰਨਤ ਹੈ ਸੀਲ, ਅਸੀਂ ਮਾਇਆ ਹੀ ਕੱਟਦੀ। ਜਿਹੜੀ ਮਾਇਆ ਕਰਕੇ ਤਕਲੀਫ ਹੁੰਦੀ ਸੀ, ਸਰੀਰ ਹੀ ਕੱਟ ਕੇ ਪਰੇ ਕਰਦਾ। ਸਰੀਰ ਕਰਕੇ ਤਾਂ ਸਰੀਰ ਦਾ ਖੜਾ ਹੀ ਛੱਡਤਾ। ਰਾਮ ਰਤਨ ਤੋਂ ਪਾਈ ਹੈ ਪਹਿਲੇ ਤਜਾ ਸਰੀਰ, ਸਰੀਰ ਹੀ ਛੱਡਤਾ। ਭਾਵ ਕੇ ਸਰੀਰ ਦਾ ਮੋਹ ਛੱਡਤਾ, ਮਨੌਤ ਛੱਡਤੀ, ਆਤਮਾ ਨਾਲ ਜੁੜ ਗਈ। ਬੰਧਨ ਭਰਾ, ਕਹਿੰਦੇ ਅਸੀਂ ਤਾਂ ਇਸ ਬੰਧਨ ਦੇ ਵਿੱਚ ਆਪਣੇ ਆਪ ਨੂੰ ਬੰਨ੍ਹ ਲਿਆ ਵੀ ਉਹਦੇ ਭਾਣੇ 'ਚ ਹੀ ਰਹਿਣਾ, ਉਹਦੇ ਭਾਣੇ 'ਚੋਂ ਬਾਹਰ ਨਹੀਂ ਜਾਣਾ। ਪੰਨਾ 1364 ਉੱਪਰ ਵੀ ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਦਾ, ਕਹਿੰਦੇ ਮੇਰੀ ਜੀਵ ਆਤਮਾ ਦੇ ਉੱਪਰ ਹੁਕਮ ਹੈ, ਮੈਂ ਤਾਂ ਹੁਕਮ ਨੂੰ ਹੀ ਸਭ ਤੋਂ ਸ੍ਰੇਸ਼ਟ ਮੰਨਿਆ। ਮੇਰੀ ਤਾਂ ਇਹੀ ਸਿਮਰਨੀ ਹੈ, ਇਹੀ ਮੇਰੀ ਯਾਦ ਸ਼ਕਤੀ ਹੈ, ਇਹੀ ਮੇਰਾ ਜੁੜਨਾ ਹੈ। ਆਦ ਜੁਗਾਦ ਸਗਲ ਭਗਤ ਤਾਂ ਕੋ ਵਿਸਰਾ, ਹੁਣ ਤੱਕ ਜਿੰਨੇ ਵੀ ਭਗਤਾਂ ਦੇ ਹਿਰਦੇ ਵਿੱਚ ਵਿਸਰਾਮ ਆਇਆ, ਜਿੰਨਿਆਂ ਦਾ ਵੀ ਮਨ ਟਿਕਿਆ, ਉਹ ਇਹਦੇ ਨਾਲ ਹੀ ਟਿਕਿਆ। ਜਿੰਨਿਆਂ ਨੂੰ ਵੀ ਸੋਝੀ ਆਈ ਹੈ, ਇਹਦੇ ਨਾਲ ਹੀ ਆਈ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਜਿਵੇਂ ਧਰੂ ਜੀ ਨੇ ਜਪਿਆ ਸੀ ਉਸੇ ਤਰ੍ਹਾਂ ਹੀ ਅਸੀਂ ਜਪਿਆ। ਪੰਨਾ 1245 ਉੱਪਰ ਵੀ ਪਾਤਸ਼ਾਹ ਕਹਿੰਦੇ, ਸੱਚ ਵਰਤ, ਵਰਤ ਅਸੀਂ ਵੀ ਰੱਖਦੇ ਹਾਂ ਪਰ ਸੱਚ, ਝੂਠ ਬੋਲਣਾ ਛੱਡਤਾ। ਸੰਤੋਖ ਤੀਰਥ, ਕਹਿੰਦੇ ਤੀਰਥ ਤੇ ਮੈਂ ਜਾਣਾ, ਪਰ ਮੈਂ ਸੰਤੋਖ ਦੇ ਤੀਰਥ ਤੇ ਹਾਂ, ਭਾਵ ਕਿ ਮਾਇਆ ਦੀ ਇੱਛਾ ਛੱਡਤੀ। ਗਿਆਨ ਧਿਆਨ, ਕਹਿੰਦੇ ਮੈਂ ਵੀ ਗਿਆਨ ਧਿਆਨ ਕਰਦਾ। ਮੇਰਾ ਗਿਆਨ ਧਿਆਨ ਕੀ ਹੈ? ਇਹੀ ਇਸ਼ਨਾਨ ਹੈ। ਮੈਂ ਬਾਹਰ ਸਰੀਰ ਨੂੰ ਧੋਣਾ ਇਸ਼ਨਾਨ ਨਹੀਂ ਮੰਨਦਾ, ਉਹਨੂੰ ਪਿੰਡਾ ਧੋਣਾ ਹੀ ਮੰਨਦਾ। ਮੇਰਾ ਇਸ਼ਨਾਨ ਹੈ ਗਿਆਨ ਲੈ ਕੇ ਧਿਆਨ ਰੱਖਣਾ ਹੁਕਮ 'ਚ, ਪਹਿਲਾਂ ਹੁਕਮ ਦਾ ਗਿਆਨ ਲੈਣਾ, ਫਿਰ ਉਹ 'ਚ ਧਿਆਨ ਰੱਖਣਾ। ਮੇਰਾ ਇਹੀ ਇਸ਼ਨਾਨ ਹੈ, ਕਿਉਂਕਿ ਮੈਂ ਮਨ ਨੂੰ ਸ਼ੁੱਧ ਕਰਨਾ। ਤਨ ਧੋਤੇ ਮਨ ਅੱਛਾ ਨਾ ਹੋਏ, ਮੈਂ ਤਾਂ ਮਨ ਨੂੰ ਅੱਛਾ ਕਰਨਾ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ, ਕਹਿੰਦੇ ਜਿਹੜੀ ਮੇਰੇ ਅੰਦਰ ਦਇਆ ਹੈ, ਇਹੀ ਦੇਵਤਾ ਬਣ ਹੈ। ਭਾਵ ਕਿ ਜਿਹੜਾ ਮੇਰਾ ਮੂਲ ਹੈ, ਦੇਵ ਹੈ, ਉਹਨੇ ਜੋ ਮੈਨੂੰ ਕੁਝ ਦਿੱਤਾ ਹੈ, ਉਹ ਮੈਨੂੰ ਉਹਨੇ ਦਇਆ ਦਿੱਤੀ ਹੈ। ਕਿ ਦਇਆ ਜਾਣੇ ਜੀ ਕੀ, ਵੀ ਦੂਜੇ ਦੀ ਆਤਮਾ ਦੇ ਉੱਪਰ ਵੀ ਦਇਆ ਕਰ, ਉਹਨੂੰ ਨਾਮ ਦੀ ਸੋਝੀ ਬਖਸ਼। ਖਿਮਾ ਜਪ ਮਾਲੀ, ਕਹਿੰਦੇ ਜਿਹੜੀ ਮੈਂ ਮਾਲਾ ਫੇਰਦਾ, ਉਹ ਮੇਰੀ ਖਿਮਾ ਹੈ, ਕਿ ਮੈਂ ਸਦਾ ਹੀ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ। ਪਰਮੇਸ਼ਰ ਦੇ ਅੱਗੇ ਮੈਂ ਤਰਲੇ ਕਰਦਾ, ਮੈਂ ਕੋਈ ਵੱਡਾ ਨਹੀਂ ਬਣਦਾ। ਮੇਰੇ ਆਪਣੇ ਅੰਦਰ ਇਹੀ ਰੱਖਦਾ ਵੀ ਮੈਂ ਗੁਨਾਹਗਾਰ ਹਾਂ, ਮੇਰੇ ਤੋਂ ਗੁਨਾਹ ਹੋ ਗਿਆ। ਮੈਂ ਇੰਨਾ ਸਮਾਂ ਭਾਣੇ 'ਚ ਹੀ ਨਹੀਂ ਚੱਲਿਆ, ਭਾਣੇ ਤੋਂ ਬਾਹਰ ਹੀ ਚੱਲਿਆ। ਹੁਣ ਮੈਨੂੰ ਸੋਝੀ ਆਈ ਵੀ ਮੈਂ ਭਾਣੇ ਵਿੱਚ ਹੀ ਰਹਾਂ, ਉਹਦੀ ਰਜਾ ਵਿੱਚ ਹੀ ਰਹਾਂ। ਤੇ ਮਾਨਸ ਪ੍ਰਧਾਨ, ਕਹਿੰਦੇ ਉਹ ਇਸ ਮਨੁੱਖਾ ਤਨ ਦੇ ਵਿੱਚ ਆਇਆ ਹੋਇਆ ਪ੍ਰਧਾਨ ਬਣ ਜਾਂਦਾ, ਬਸ ਸੱਚਖੰਡ ਵਿੱਚ ਚਲਾ ਜਾਂਦਾ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ, ਇੱਕ ਹੋ ਕੇ ਸ਼ੁੱਧ ਹੋ ਕੇ ਪ੍ਰਧਾਨ ਬਣ ਜਾਂਦਾ। ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ, ਕਹਿੰਦੇ ਜਿਹੜੀ ਮੇਰੀ ਜੁਗਤੀ ਹੈ, ਜਿਹੜੀ ਮੈਂ ਧੋਤੀ ਪਾਉਣਾ, ਉਹ ਜੁਗਤੀ ਦੀ ਪਾਉਣਾ। ਹੁਣ ਧੋਤੀ ਨਾਲ ਕੀ ਹੁੰਦਾ, ਸਰੀਰ ਦਾ ਨੰਗ ਢੱਕਿਆ ਜਾਂਦਾ। ਉੱਪਰ ਭਾਵੇਂ ਸਰੀਰ 'ਤੇ ਕੋਈ ਕੱਪੜਾ ਨਾ ਹੋਵੇ, ਧੋਤੀ ਲਾਈ ਹੋਵੇ ਜਾਂ ਲੰਗੋਟ ਲਾਇਆ ਹੋਵੇ ਤਾਂ ਪੱਤ ਰਹਿੰਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਮੈਂ ਆਪਣੀਆਂ ਇੰਦਰੀ ਹੈ, ਜਿਹੜੀ ਮੇਰੀ ਮਨ ਆ, ਕਹਿੰਦੇ ਉਹਦੇ ਉੱਪਰ ਮੈਂ ਧੋਤੀ ਦੇ ਦਿੱਤੀ, ਮਨ ਨੂੰ ਢੱਕ ਲਿਆ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪਤ ਮੇਰੀ। ਮਨ ਮਾਇਆ 'ਚ ਨਹੀਂ ਜਾਂਦਾ, ਬੇਪਤ ਨਹੀਂ ਹੁੰਦਾ। ਇਹੀ ਜੁਗਤੀ ਮੈਂ ਸਿੱਖੀ ਹੈ ਕਿ ਮੈਂ ਮਾਇਆ ਦੀ ਇੱਛਾ ਨਹੀਂ ਕਰਨੀ। ਸੁਰਤ ਚੌਂਕਾ, ਕਹਿੰਦੇ ਜਿਹੜਾ ਚੌਂਕਾ ਬਣਾਇਆ ਜਿੱਥੇ ਭੋਜਨ ਬਣਦਾ, ਤੁਸੀਂ ਬਣਾਉਂਦੇ ਹੋ ਬਾਹਰ ਰਸੋਈ ਚੁੱਲ੍ਹਾ ਚੌਂਕਾ, ਮੈਂ ਤਾਂ ਆਪਣੀ ਸੁਰਤ ਨੂੰ ਹੀ ਬਣਾਇਆ ਕਿ ਬਸ ਤੂੰ ਇੱਥੋਂ ਹੀ ਬਣਾ ਸਾਰਾ ਕੁਛ।
ਮੇਰੀ ਸੁਰਤ ਦੇ ਵਿੱਚ ਹੀ ਸੱਚ ਦਾ ਗਿਆਨ ਬਣਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਮੈਂ ਕਿਸਮਾਂ ਦੇ ਭੋਜਨ ਬਣਾਉਣੀ ਆ, ਸੁਰਤ ਦੇ ਨਾਲ ਹੀ ਸੱਚ ਨੂੰ ਹੀ ਬਾਰ-ਬਾਰ ਸੱਚ ਦੇ ਸ਼ਬਦ ਬਣਾ ਬਣਾ ਕੇ ਦੱਸਦੀ ਹਾਂ। ਘੜੀਐ ਸ਼ਬਦ ਸੱਚੀ ਟਕਸਾਲ। ਹਰ ਇੱਕ ਸ਼ਬਦ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਰਜਾ 'ਚ ਰਹੋ, ਨਾਮ ਜਪੋ, ਭਾਣੇ 'ਚ ਰਹੋ, ਹੁਕਮ ਮੰਨੋ, ਸੁੱਖ ਹੈ। ਤਿਲਕ ਕਰਨੀ, ਕਹਿੰਦੇ ਜਿਹੜਾ ਤਿਲਕ ਲਾਉਨੇ ਤੁਸੀਂ ਮੱਥੇ ਤੇ, ਪਰ ਮੇਰਾ ਜਿਹੜਾ ਤਿਲਕ ਹੈ ਉਹ ਮੇਰੀ ਕਰਨੀ ਹੋਈ ਹੈ ਕਿ ਜੋ ਮੈਂ ਕੀਤਾ ਮੈਂ ਉਹੀ ਉਨਾ ਹੀ ਹਲੇ ਨੂੰ ਦੱਸਦਾ ਵੀ ਆਹੀ ਗੱਲ ਹੈ। ਇੰਨਾ ਕਿ ਮੈਨੂੰ ਪਤਾ, ਬਾਕੀ ਤਾਂ ਨਹੀਂ ਪਤਾ। ਜਿੰਨੀ ਕਿ ਮੈਨੂੰ ਸੋਝੀ ਗੁਰਬਾਣੀ ਤੋਂ ਮਿਲੀ ਹੈ ਮੈਂ ਉਹਦੀ ਉਹ ਸਾਂਝ ਕਰਦਾ। ਭਾਉ ਭੋਜਨ ਨਾਨਕਾ ਬਿਰਲਾ ਤਾਂ ਕੋਈ ਕੋਈ। ਕਹਿੰਦਾ ਮੇਰਾ ਜਿਹੜੀ ਭੋਜਨ ਆ, ਮੇਰੀ ਜਿਹੜੀ ਖੁਰਾਕ ਆ ਉਹ ਪ੍ਰੇਮ ਹੀ ਹੈ। ਤੁਹਾਡਾ ਭੋਜਨ ਆ ਜੋ ਤੁਹਾਨੂੰ ਪਤਾ ਹੋਊਗਾ। ਸਰੀਰਕ ਭੋਜਨ ਮੈਂ ਵੀ ਖਾਂਦਾ, ਪਰ ਮੈਨੂੰ ਆਪਣਾ ਭੋਜਨ ਨਹੀਂ ਮੰਨਦਾ, ਉਹ ਸਰੀਰ ਦਾ ਭੋਜਨ ਹੈ। ਮੇਰਾ ਜਿਹੜਾ ਭੋਜਨ ਹੈ, ਕਿਉਂਕਿ ਮਨ ਚੇਤਨ ਹੈ, ਚੇਤਨ ਦਾ ਭੋਜਨ ਹੈ ਪ੍ਰੇਮ, ਗਿਆਨ, ਭਾਵ, ਭਾਵਨਾ, ਸ਼ੁੱਧਤਾ, ਅਨੰਤਤਾ, ਪ੍ਰਸੰਨਤਾ, ਵਿਕਾਸ, ਪ੍ਰਗਾਸ। ਇਹ ਮੇਰਾ ਭੋਜਨ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਨਾਨਕਾ ਕਹਿੰਦੇ ਆਹ ਦੇਹੀ ਦੇ ਅੰਦਰ ਆਹ ਸਰੀਰ ਹੈ ਬਾਹਰਲਾ ਮਾਇਆ ਦਾ, ਇਹਦੇ ਅੰਦਰ ਦੇਹੀ ਹੈ, ਉਹਦੇ ਅੰਦਰ ਨਾਨਕਾ ਵਾ ਮਨ ਹੈ ਤੇ ਚਿੱਤ ਹੈ। ਦੋਨੇ ਆਤਮਾ ਪ੍ਰਾਤਮਾ ਨੇ ਇੱਕ ਹੋ ਗਏ। ਬਿਰਲਾ ਤਾਂ ਕੋਈ ਹੋਏ, ਕਹਿੰਦੇ ਕੋਈ ਬਿਰਲੀ ਜੀਵ ਆਤਮਾ ਇਸ ਤਰ੍ਹਾਂ ਦੀ ਹੋਰ ਮੈਨੂੰ ਦਿਸਦੀ ਹੈ ਕਿ ਮੇਰੇ ਵਰਗੀ ਹੋਵੇ, ਜਿਹੋ ਜਿਹਾ ਮੈਂ ਆ ਇਸੇ ਤਰ੍ਹਾਂ ਦਾ ਹੀ ਮੈਨੂੰ ਕੋਈ ਮਿਲੇ। ਹਾਂ ਗੁਰਮੁਖ ਢੂੰਡ ਢੂੰਡੇਂਦੇ ਹਾਂ ਹਰ ਸੱਜਣ ਲੱਭਦਾ ਰਾਮ। ਕਿ ਮੈਂ ਤਾਂ ਕਿਸੇ ਗੁਰਮੁਖ ਨੂੰ ਲੱਭਦਾ ਕਿ ਮੇਰੇ ਵਰਗਾ ਹੀ ਕੋਈ ਮੈਨੂੰ ਮਿਲੇ, ਮੈਂ ਉਹਦੇ ਨਾਲ ਬੈਠ ਕੇ ਵਿਚਾਰ ਕਰ ਸਕਾਂ। ਸੋ ਇਹ ਸੀ ਦਰਗਾਹੀ ਪਰਮੇਸ਼ਰੀ ਮਾਲਾ ਜੋ ਪ੍ਰਵਾਨ ਹੈ ਸੱਚਖੰਡ ਵਿੱਚ। ਸੋ ਹੁਣ ਇਹ ਮਾਲਾ, ਇਹ ਫੇਰਨੀ ਕਿਵੇਂ ਹੈ? ਇਸ ਬਾਹਰਲੇ ਸਰੀਰ ਕੱਪੜੇ ਦੁਆਰਾ ਜੋ ਸਾਡੇ ਕੋਲ ਗਿਆਨ ਇੰਦਰੇ ਹਨ, ਗਿਆਨ ਇੰਦਰੇ ਹਨ, ਇਹਨਾਂ ਦੁਆਰਾ ਅਸੀਂ ਗੁਰਬਾਣੀ ਨੂੰ ਜਪਣਾ ਹੈ, ਭਾਵ ਸਮਝਣਾ ਹੈ, ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨਾ ਹੈ, ਭਾਵ ਅਮਲ ਕਰਨਾ ਹੈ। ਬਾਰ-ਬਾਰ ਗੁਰਬਾਣੀ ਨੂੰ ਸਮਝਣਾ ਹੈ, ਗੁਰਬਾਣੀ ਤੋਂ ਸਮਝਣਾ ਹੈ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ, ਕੱਚ ਨਾ ਰਹਿ ਜਾਵੇ। ਜਿੰਨਾ ਚਿਰ ਬਾਹਰਲਾ ਸਰੀਰ ਹੈ ਉਨਾ ਚਿਰ ਸਮਾਂ ਹੈ ਜਪਣ ਦਾ। ਜਪਦੇ ਹੀ ਰਹਿਣਾ ਨਾਮ ਨੂੰ, ਭਾਵ ਹੁਕਮ ਨੂੰ ਸਮਝ ਬੂਝ ਜਬ ਕਰਤ ਵਿਚਾਰਾ, ਭਵ ਜਲ ਤਰਤ ਨ ਲਾਗੈ ਬਾਰਾ। ਹਰ ਪਲ ਹੁਕਮ ਦੀ ਸੋਝੀ ਪ੍ਰਾਪਤ ਕਰਦੇ ਹੀ ਰਹਿਣਾ ਹੈ, ਕਿਉਂਕਿ ਹੁਕਮ ਬੁੱਝਣ ਦਾ ਵਿਸ਼ਾ ਹੈ। ਹੁਕਮ ਬੂਝ ਪਰਮ ਪਦ ਪਾਈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਕਸਮੇ ਕਾ ਮਹਿਲ ਪਾਏ ਸੀ। ਸੋ ਇਹ ਵਿਚਾਰ ਸੀ। ਬਾਕੀ ਆਪ ਜੀ ਦੀ ਵੀ ਗੁਰਬਾਣੀ 'ਚ ਜੋ ਹੋਰ ਸਮਝਦੇ ਹੋ ਦਾਸ ਨੂੰ ਵੀ ਜ਼ਰੂਰ ਸਮਝਾਵੋ, ਕਿਉਂਕਿ ਇਹ ਸਮਾਂ ਗੁਰਬਾਣੀ ਵੀ ਇਹ ਕਹਿ ਰਹੀ ਹੈ ਕਿ ਵਕਤ ਵਿਚਾਰੇ ਸੋ ਬੰਦਾ ਕਹੀਏ। ਸੋ ਇੰਨੀ ਕੁ ਵਿਚਾਰ ਜੋ ਗੁਰ ਨੇ ਕਿਰਪਾ ਕੀਤੀ, ਦਾਸ ਨੇ ਆਪ ਜੀ ਨਾਲ ਰਲ ਕੇ ਕੀਤੀ ਹੈ। ਸੋ ਜੇ ਫਿਰ ਵੀ ਕੋਈ ਵਿਚਾਰ ਮੇਰੇ ਤੋਂ ਗਲਤ ਕਹੀ ਗਈ ਹੋਵੇ ਤਾਂ ਮੈਂ ਸੰਗਤ ਤੋਂ ਵੀ ਮਾਫੀ ਚਾਹੁੰਦਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਬੇਨਤੀ ਇਹੀ ਕਰਦਾ ਹਾਂ ਕਿ ਆਪ ਸੰਗਤ ਵੀ ਮੈਨੂੰ ਸੋਝੀ ਬਖਸ਼ੋ, ਇਹਨਾਂ ਸ਼ਬਦਾਂ ਦੀ ਹੋਰ ਵੀ ਸ਼ੁੱਧਤਾ ਦੇ ਨਾਲ ਮੈਨੂੰ ਸਮਝਾਓ ਤਾਂ ਕਿ ਮੇਰਾ ਜੀਵਨ ਸਫਲ ਹੋ ਸਕੇ। ਇਹ ਨਾ ਹੋਵੇ ਕਿਤੇ ਮੈਂ ਹੀ ਗਲਤ ਸਮਝਦਾ ਹੋਵਾਂ। ਮੈਨੂੰ ਜ਼ਰੂਰ ਸੋਝੀ ਦਿਓ ਤਾਂ ਕਿ ਮੇਰਾ ਜੀਵਨ ਸਫਲ ਹੋ ਸਕੇ। ਸੋ ਅੱਜ ਦੀ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।